सीएम ने कहा 11 ਮਹੀਨੇ ਦਾ ਸਮਾਂ ਹਜੇ ਹੋਰ ਦਿਓ। सीएम खुद ही मन रहे हजे 11 ਮਹੀਨੇ ਜਾਂ 1 ਸਾਲ ਦੇ ਅੰਦਰ ਅਸੀਂ ਸੈਟੀਸਫਾਈ नहीं कर पाए लोगों ਨੂੰ। ਗੱਲਾਂ ਬਾਤਾਂ ਬਹੁਤ ਹੁੰਦੀਆਂ ਨੇ। ਇਹ ਦੇਖੋ ਮਸਲਿਆਂ ਨੂੰ ਰੋਕ ਕੇ ਰੱਖਣਾ, ਅਖੀਰੀ ਪੜਾਅ ਤੱਕ ਰੋਕ ਕੇ ਰੱਖਣਾ ਤੇ ਜ਼ਿਮਨੀ ਚੋਣਾਂ ਜਾਂ ਚੋਣਾਂ ਤੋਂ ਪਹਿਲਾਂ ਠੰਡੇ ਬਸਤਿਆਂ ਚੋਂ ਕੱਢ ਕੇ ਇਹਨਾਂ ਵਿਸ਼ਿਆਂ ਨੂੰ ਚੱਕ ਲੈਣਾ ਤੇ ਉਸ ਵਕਤ ਇਹ ਸਾਰੀਆਂ ਐਕਟੀਵਿਟੀਜ਼ ਹੋ ਜਾਣਾ, ਇਹ ਬੜੇ ਵੱਡੇ ਸਵਾਲ ਖੜਾ ਕਰਦਾ। ਤੇ ਇੱਕ ਸਹੀ ਸਿਸਟਮ ਨਹੀਂ ਹੈ, ਸਹੀ ਨਿਜ਼ਾਮ ਨਹੀਂ ਹੈ, ਸਹੀ ਸਰਕਾਰ ਦੀ ਕਾਰਗੁਜ਼ਾਰੀ ਮੈਂ ਇਸ ਨੂੰ ਨਹੀਂ ਮੰਨਦਾ। ਚੋਣਾਂ ਤੋਂ ਪਹਿਲਾਂ ਕੀਤੀ ਕੋਈ ਕਾਰਗੁਜ਼ਾਰੀ ਜਾਂ ਕੰਮ ਕੋਈ ਕੰਮ ਨਹੀਂ ਹੈ। ਜੇ ਤੁਸੀਂ ਇਹਨਾਂ ਕਾਰਵਾਈਆਂ ਨੂੰ ਵਾਕਈ ਮੰਨਦੇ ਹੋ ਕਿ ਜੀ ਤੁਸੀਂ ਉਹਦੇ ਪਰਿਵਾਰ ਦੇ ਨਾਲ ਇਨਸਾਫ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਮੈਨੂੰ ਲੱਗਦਾ ਤੁਹਾਨੂੰ ਇਹ ਜਵਾਬ ਦੇਣ ਦੀ ਜ਼ਿਆਦਾ ਲੋੜ ਹੈ ਕਿ ਇੰਨੇ ਮਹੀਨੇ ਤੱਕ ਤੁਸੀਂ ਉਹ ਕਾਰਵਾਈ ਕਿਉਂ ਨਹੀਂ ਕੀਤੀ ਤੇ ਅੱਜ ਵੀ ਜਿਹੜੀ ਤੁਸੀਂ ਕਾਰਵਾਈ ਕਰ ਰਹੇ ਹੋ ਕੀ ਚੋਣਾਂ ਤੋਂ ਬਾਅਦ ਤੁਸੀਂ ਉਸ ਉੱਤੇ ਖੜੋਗੇ? ਇਹਨਾਂ ਕੇਸਾਂ 'ਚ ਇਨਕੁਆਇਰੀਆਂ ਲੱਗ ਜਾਣ। ਚੋਣਾਂ ਦਾ ਮਾਹੌਲ ਹੈ ਇੱਕ ਡੈਲੀਕੇਟ ਬੈਲੈਂਸ ਆਫ ਜਿਹਨੂੰ ਕਹਿੰਦੇ ਆ ਪਰਸੈਪਸ਼ਨ ਹੁੰਦੀ ਹੈ, ਉਸ ਨੂੰ ਇੱਧਰ ਉੱਧਰ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ। ਇਹਨਾਂ ਦਿਨਾਂ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਆਪਾਂ ਮੈਨੂੰ ਲੱਗਦਾ ਨਹੀਂ ਕਿ ਉਹ ਸਾਰੀ ਚੀਜ਼ਾਂ ਨੂੰ ਆਪਾਂ ਨੂੰ ਸੀਰੀਅਸਲੀ ਲੈਣ ਦੀ ਲੋੜ ਹੈਗੀ। ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੇ ਜਲੰਧਰ ਬਾਈ ਇਲੈਕਸ਼ਨ ਦੇ ਅੰਦਰ ਪੰਜਾਬ ਸਰਕਾਰ ਦੇ ਖਿਲਾਫ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਉਹਨਾਂ ਦੇ ਬੇਟੇ ਦੇ ਕਤਲ ਦੇ ਕੇਸ ਹਜੇ ਤੱਕ ਉਹਨਾਂ ਨੂੰ ਨਿਆਂ ਨਹੀਂ ਮਿਲਿਆ। ਦੂਜੇ ਪਾਸੇ ਸਰਕਾਰ ਨੇ ਸੰਦੀਪ ਨੰਗਲ ਅੰਬੀਆਂ ਦੇ ਕੇਸ ਦੇ ਅੰਦਰ ਕਬੱਡੀ ਦੇ ਪ੍ਰਮੋਟਰ ਚੱਠਾ ਨੂੰ ਗ੍ਰਿਫਤਾਰ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਸਰਕਾਰ ਨਿਆਂ ਦਿਵਾਉਣ 'ਚ ਸੀਰੀਅਸ ਹੈਗੀ ਹੈ। ਇਸ ਦੋਨੋਂ ਡਿਵੈਲਪਮੈਂਟਸ ਦਾ ਇਲੈਕਸ਼ਨ ਦੇ ਉੱਤੇ ਕੀ ਅਸਰ ਪਵੇਗਾ, ਅੱਜ ਉਸ ਦੇ ਬਾਰੇ ਕਰਾਂਗੇ ਗੱਲਬਾਤ। ਮੈਂ ਤੁਹਾਡਾ ਹੋਸਟ ਸ਼ੁਭਕਰਮਨ ਸਿੰਘ ਢਾਲੀਵਾਲ, ਮੇਰੇ ਨਾਲ ਨੇ ਮੇਰੇ ਸਹਿਯੋਗੀ ਰਿਤੇਸ਼ ਲੱਕੀ ਜੀ। ਰਿਤੇਸ਼ ਜੀ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸ਼ੁਭਕਰਮਨ। ਬਿਫੋਰ ਅਸੀਂ ਸ਼ੋਅ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਮੈਂ ਆਪਣੇ ਦਰਸ਼ਕਾਂ ਨੂੰ ਅਪੀਲ ਵੀ ਕਰੂੰਗਾ ਵੀ ਪੰਜਾਬੀ ਲਿੰਕ ਚੈਨਲ ਨੂੰ ਸਬਸਕ੍ਰਾਈਬ, ਫੋਲੋ YouTube ਤੇ Facebook ਤੇ ਜ਼ਰੂਰ ਕਰ ਲਿਓ, ਇਹ ਸਾਡੀ ਤੁਹਾਨੂੰ ਅਪੀਲ ਹੈ। ਰਿਤੇਸ਼ ਜੀ, ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਚੋਣ ਪ੍ਰਚਾਰ ਕਰ ਰਹੇ ਨੇ, ਉਹ ਸਰਕਾਰ ਦੇ ਖਿਲਾਫ ਕਰ ਰਹੇ ਨੇ ਵੀ ਉਹਨਾਂ ਨੂੰ ਕੀ ਕੀ ਦਿੱਕਤਾਵਾਂ ਆ ਰਹੀਆਂ ਨੇ, ਤੇ ਦੂਜੇ ਪਾਸੇ ਸੰਦੀਪ ਨੰਗਲ ਅੰਬੀਆਂ ਮਾਮਲੇ ਦੇ ਅੰਦਰ ਸਰਕਾਰ ਨੇ ਕਾਰਵਾਈ ਕੀਤੀ ਹੈ। ਕੀ ਲੋਕ ਕੀ ਇਸ ਦੇ ਅੰਦਰ ਲੋਕਾਂ ਨੂੰ ਕੀ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ, ਤੇ ਕੀ ਲੋਕ ਕਨਵਿੰਸ ਹੋ ਰਹੇ ਨੇ ਵੀ ਸਰਕਾਰ ਸੀਰੀਅਸ ਹੈਗੀ ਹੈ? ਦੇਖੋ ਜੀ, ਪਿਛਲੇ ਕੁਝ ਘੰਟਿਆਂ ਦੌਰਾਨ ਜਿਹੜੀ ਸਰਗਰਮੀ ਸਰਕਾਰ ਨੇ ਵਿਖਾਈ ਹੈ, 2 ਕਤਲ ਕੇਸ ਵੱਡੇ ਸੀਗੇ ਇਸ ਸਰਕਾਰ ਦੇ ਕਾਰਜਕਾਲ ਦੌਰਾਨ। ਹਾਲਾਂਕਿ ਅਪਰਾਧ ਦੀਆਂ ਹੋਰ ਬਹੁਤ ਘਟਨਾਵਾਂ ਨੇ ਲੇਕਿਨ 2 ਹਾਈ ਪ੍ਰੋਫਾਈਲ ਮਰਡਰ ਹੁੰਦੇ ਨੇ। ਹਾਲਾਂਕਿ ਸੰਦੀਪ ਨੰਗਲ ਅੰਬੀਆਂ ਦਾ ਕਤਲ ਜਿਹੜਾ ਹੈ ਉਹ ਸਰਦਾਰ ਭਗਵੰਤ ਮਾਨ ਹੋਰਾਂ ਵੱਲੋਂ 100 ਚੁੱਕਣ ਤੋਂ ਪਹਿਲਾਂ ਹੋ ਗਿਆ ਸੀ 14 ਮਾਰਚ 2022 ਨੂੰ, ਤੇ ਕੁਝ ਹੀ ਦਿਨ ਬਾਅਦ ਭਗਵੰਤ ਮਾਨ ਹੋਰਾਂ ਨੇ 100 ਚੁੱਕੀ। ਲੇਕਿਨ ਕਿਤੇ ਨਾ ਕਿਤੇ ਇਸ ਚੀਜ਼ ਦੀ ਲਾਇਬਿਲਿਟੀ ਸੀ। ਜਲੰਧਰ ਲੋਕ ਸਭਾ ਸੀਟ ਲਈ ਇਹ ਜ਼ਿਮਨੀ ਚੋਣ ਹੋਣ ਜਾ ਰਿਹਾ ਹੈ, ਸੋ ਇਸ ਇਲੈਕਸ਼ਨ ਦੇ ਉੱਤੇ ਕੋਈ ਮਾੜਾ ਅਸਰ ਨਾ ਪਏ, ਇਸ ਵਾਸਤੇ ਸੰਦੀਪ ਨੰਗਲ ਅੰਬੀਆਂ ਕੇਸ ਦੇ ਵਿੱਚ ਇਹ ਕਾਰਵਾਈ ਜਿਹੜੀ ਕੀਤੀ ਗਈ। ਕਿਉਂਕਿ ਸੁਰਜਨ ਚੱਠਾ ਦੀ ਜੇ ਆਪਾਂ ਗੱਲ ਕਰੀਏ, ਨਾਰਥ ਇੰਡੀਆ ਸਰਕਲ ਸਟਾਈਲ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਹੈਗੇ ਨੇ, ਵਿਵਾਦਿਤ ਸ਼ਖਸੀਅਤ ਰਹੇ ਹੈਗੇ ਨੇ ਖਾਸ ਕਰਕੇ ਸੰਦੀਪ ਨੰਗਲ ਅੰਬੀਆਂ ਦੇ ਕਤਲ ਤੋਂ ਬਾਅਦ, ਲੇਕਿਨ ਉਹ ਪੰਜਾਬ ਦੇ ਵਿੱਚ ਹੀ ਸੀ। ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਇੰਨੇ ਮਹੀਨਿਆਂ ਜਾਂ ਇੰਨੇ ਹਫ਼ਤੇ ਤੱਕ ਨਹੀਂ ਹੋ ਪਾਈ, ਇਸ ਨੂੰ ਲੈ ਕੇ ਸਰਕਾਰ ਇੱਕ ਟਾਈਟ ਸਪੌਟ ਦੇ ਵਿੱਚ ਚੱਲਦੀ ਆ ਰਹੀ ਸੀ। ਸੋ ਇਸ ਮੌਕੇ ਦੇ ਉੱਤੇ ਸ਼ਾਇਦ ਅਫੋਰਡ ਨਹੀਂ ਸੀ ਕੀਤਾ ਜਾ ਸਕਦਾ ਕਿ ਇਸ ਮਾਮਲੇ ਨੂੰ ਹੋਰ ਲੰਮਾ ਖਿੱਚਿਆ ਜਾਏ। ਇਹੀ ਕਾਰਨ ਹੈ ਕਿ ਸੁਰਜਨ ਚੱਠਾ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਪਾਈ ਗਈ। ਲੇਕਿਨ ਨਾਲ ਹੀ ਸਰਦਾਰ ਬਲਕੌਰ ਸਿੰਘ ਵੀ ਐਲਾਨ ਕਰ ਚੁੱਕੇ ਸੀ। ਸੋ ਤੁਸੀਂ ਵੇਖੋ ਵੀ ਸਰਦਾਰ ਬਲਕੌਰ ਸਿੰਘ ਜਲੰਧਰ ਜ਼ਿਮਨੀ ਚੋਣ ਦੇ ਲਈ ਪ੍ਰਚਾਰ ਕਰਨ ਲਈ ਪਹੁੰਚਦੇ ਨੇ ਤੇ ਉਸ ਤੋਂ ਇੱਕ ਦਿਨ ਪਹਿਲਾਂ ਹੀ ਸੁਰਜਨ ਚੱਠੇ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਹਾਲਾਂਕਿ ਇਹਨੂੰ ਆਪਾਂ ਦੂਸਰੇ ਤਰੀਕੇ ਨਾਲ ਇਹ ਸਮਝ ਸਕਦੇ ਹਾਂ ਕਿ ਲਾਅ ਇਜ਼ ਟੇਕਿੰਗ ਇਟਸ ਓਨ ਕੋਰਸ, ਲੇਕਿਨ ਉਹ ਕਿਹੜਾ ਕੋਰਸ ਹੈ ਜੋ ਕਿ ਕਈ ਮਹੀਨੇ ਹੈਂਡ ਬ੍ਰੇਕ ਉੱਤੇ ਰਹਿੰਦਾ ਹੈ ਤੇ ਕਈ ਮਹੀਨੇ ਐਕਸੀਲੇਟਰ ਉਸ ਉੱਤੇ ਚੱਕਤਾ ਜਾਂਦਾ ਹੈ। ਸੋ ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਜਿਹੜੀ ਕਾਰਵਾਈ ਹੈ, ਇਸ ਦਾ ਮਤਲਬ ਜਿਹੜਾ ਹੈ, ਸੁਰਜਨ ਚੱਠੇ ਵਾਲੀ ਦੀ ਮੈਂ ਗੱਲ ਕਰ ਰਿਹਾ, ਇਸ ਦਾ ਮਤਲਬ ਤੇ ਮਕਸਦ ਕਿਤੇ ਨਾ ਕਿਤੇ ਇਹੀ ਹੈ ਕਿ ਕੋਈ ਅਜਿਹੀ ਗੱਲਬਾਤ ਨਾ ਹੋ ਜਾਏ। ਮੈਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਚਰਨਜੀਤ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ, ਉਹਨਾਂ ਨੇ ਵੀ ਜਦੋਂ ਇਸ ਜਲੰਧਰ ਜ਼ਿਮਨੀ ਚੋਣ ਲਈ ਪ੍ਰਚਾਰ ਕੀਤਾ, ਉਹਨਾਂ ਨੇ ਵੀ ਕੁਝ ਆਪਣੇ ਬੈਠਕਾਂ ਦੇ ਵਿੱਚ ਸੰਦੀਪ ਨੰਗਲ ਅੰਬੀਆਂ ਦੇ ਰਿਸ਼ਤੇਦਾਰ ਜਾਂ ਉਸਦੇ ਜਿਹੜੇ ਭਰਾ ਹੈਗੇ ਨੇ ਉਹਨਾਂ ਨੂੰ ਨਾਲ ਰੱਖਿਆ। ਸੋ 1-2 ਅਜਿਹੀਆਂ ਬੈਠਕਾਂ ਹੋਈਆਂ ਤੇ ਉਸ ਦਿਨ ਚਰਨਜੀਤ ਚੰਨੀ ਇਸ ਸੁਰਜਨ ਚੱਠਾ ਦੀ ਗ੍ਰਿਫਤਾਰੀ ਤੋਂ 1-2 ਦਿਨ ਪਹਿਲਾਂ ਉਹਨਾਂ ਨੇ ਲਗਾਤਾਰ ਜਿਹੜਾ ਪ੍ਰਚਾਰ ਸੀ ਉਸ ਵਿੱਚ ਇਹ ਮੁੱਦੇ ਨੂੰ ਉਭਾਰਿਆ। ਸੋ ਸਰਕਾਰ ਨੂੰ ਇਹ ਲੱਗਦਾ ਰਿਹਾ ਸੀ ਕਿ ਤੇ ਇਹ ਜਿਹੜਾ ਵਿਸ਼ਾ ਹੈ, ਕਿਉਂਕਿ ਦੋਨੋਂ ਹੀ ਆਪਣੇ ਆਪ ਦੇ ਵਿੱਚ ਸਿਤਾਰੇ ਸੀਗੇ, ਇੱਕ ਗਲੈਡੀਏਟਰ ਅਖਵਾਉਂਦਾ ਸੀ ਕਬੱਡੀ ਜਗਤ ਦਾ ਤੇ ਦੂਸਰਾ ਤਾਂ ਖੈਰ ਸਿੱਧੂ ਮੂਸੇਵਾਲਾ ਇੱਕ ਸੁਪਰ ਸਿਤਾਰਾ ਸੀ ਹੀ। ਸੋ ਸਰਕਾਰ ਨੂੰ ਲੱਗਿਆ ਕਿ ਇਹ ਕਤਲ ਦੀ ਜਿਹੜੇ ਕੇਸਾਂ ਦੀ ਸੇਕ ਹੈ ਕਿਤੇ ਉਹਨਾਂ ਦੇ ਰਾਜਨੀਤੀ ਦੇ ਉੱਤੇ ਨਾ ਪਵੇ, ਚੋਣਾਂ ਦੀ ਜਿਹੜੀ ਰਾਜਨੀਤੀ ਹੈ, ਵੋਟਾਂ ਦੀ ਜਿਹੜੀ ਰਾਜਨੀਤੀ ਹੈ, ਕਿਉਂਕਿ ਹੁਣ ਇਸ ਸਮਿਆਂ ਦੇ ਉੱਤੇ ਜਲੰਧਰ ਦੇ ਕਿਸੇ ਵੀ ਪਿੰਡ 'ਚੋਂ ਕੋਈ ਚਿੰਗਾਰੀ ਸੁਲਗਦੀ ਹੈ ਜਾਂ ਕੋਈ ਵੀ ਗੱਲਬਾਤ ਨੈਰੇਟਿਵ ਤੁਰ ਪੈਂਦਾ ਚੋਣਾਂ ਦੇ ਵਿੱਚ ਤਾਂ ਉਹ ਸਰਕਾਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਸੋ ਸਰਕਾਰ ਨੇ ਡੈਮੇਜ ਕੰਟਰੋਲ ਕਰਨ ਦੀ ਘੱਟੋ ਘੱਟ ਜਲੰਧਰ ਦੇ ਉਸ ਲਿਮਿਟਿਡ ਕੰਟੈਕਸਟ ਦੇ ਵਿੱਚ ਕੀਤੀ ਹੈ, ਲੇਕਿਨ ਦੂਸਰੇ ਪਾਸੇ ਬਲਕੌਰ ਸਿੰਘ ਹੋਣਾ ਦਾ ਮੈਦਾਨ ਵਿੱਚ ਉਤਰਨਾ ਦਿੱਕਤਾਂ ਜ਼ਰੂਰ ਖੜੀਆਂ ਕਰਦਾ। ਹਾਲਾਂਕਿ ਇਸ ਦੀ ਸੰਭਾਵਨਾ ਘੱਟ ਲੱਗ ਰਹੀ ਸੀ। ਪਹਿਲਾਂ ਇਸ ਤਰੀਕੇ ਦੇ ਸੰਕੇਤ ਮਿਲ ਰਹੇ ਸਨ ਕਿ
ਸਰਦਾਰ ਬਲਕੌਰ ਸਿੰਘ ਸ਼ਾਇਦ ਇਹਨਾਂ ਚੋਣਾਂ ਦੇ ਵਿੱਚ ਪ੍ਰਚਾਰ ਲਈ ਘੱਟੋ ਘੱਟ ਨਾ ਉਤਰਨ, ਕਿਉਂਕਿ ਸਿੱਧੇ ਤਰੀਕੇ ਦੇ ਨਾਲ ਸਰਕਾਰ ਦੇ ਖਿਲਾਫ ਹੀ ਜੇ ਉਤਰ ਜਾਂਦੇ ਨੇ ਜਿਵੇਂ ਕਿ ਉਤਰੇ ਹੈਗੇ ਨੇ, ਹਾਲਾਂਕਿ ਕਿਸ ਪਾਰਟੀ ਦੇ ਹੱਕ ਵਿੱਚ ਉਹ ਭੁਗਤ ਰਹੇ ਨੇ, ਕਾਂਗਰਸ ਦੇ ਨਾਲ ਉਹਨਾਂ ਦੀ ਨੇੜਤਾ ਰਹੀ ਹੈ, ਸਿੱਧੂ ਮੂਸੇਵਾਲਾ ਖੁਦ ਕਾਂਗਰਸ ਦੇ ਇੱਕ ਉਮੀਦਵਾਰ ਸੀ, ਉਹ ਇੱਕ ਵੱਖਰਾ ਵਿਸ਼ਾ ਹੈ। ਲੇਕਿਨ ਸਰਕਾਰ ਦੇ ਖਿਲਾਫ ਉਤਰਨਾ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਅਣਸੁਖਾਵੀ ਸਥਿਤੀ ਜ਼ਰੂਰ ਪੈਦਾ ਕਰਦਾ ਹੈ। ਬੇਸ਼ੱਕ ਇਸ ਚੀਜ਼ ਦੀ ਪਰਵਾਹ ਸਰਦਾਰ ਬਲਕੌਰ ਸਿੰਘ ਨੂੰ ਹੁਣ ਜ਼ਿਆਦਾ ਨਹੀਂ ਰਹੀ, ਕਿਉਂਕਿ ਤਕਰੀਬਨ 1 ਸਾਲ ਪੂਰਾ ਹੋ ਚੁੱਕਾ ਹੈ। ਮਈ ਦੇ ਮਹੀਨੇ ਵਿੱਚ ਆਪਾਂ ਆ ਚੁੱਕੇ, 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ। ਸੋ ਉਹਨਾਂ ਨੂੰ ਇਸ ਚੀਜ਼ ਦੇ ਲਾਹੇ ਤੇ ਨੁਕਸਾਨ ਦਾ ਕੋਈ ਹੁਣ ਜ਼ਿਆਦਾ ਅਸਰ ਹੁੰਦਾ ਜਾਂ ਫਾਇਦਾ ਹੁੰਦਾ ਨਹੀਂ ਨਜ਼ਰ ਆ ਰਿਹਾ, ਤਾਂ ਹੀ ਕਰਕੇ ਉਹਨਾਂ ਨੇ ਚੋਣ ਮੈਦਾਨ ਦੇ ਵਿੱਚ, ਅਖਾੜੇ ਦੇ ਵਿੱਚ ਆਪਣੇ ਆਪ ਨੂੰ ਉਤਾਰ ਕੇ ਇੱਕ ਸਰਕਾਰ ਦੇ ਖਿਲਾਫ ਇੱਕ ਸੁਨੇਹਾ ਦੇਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਹੈ। ਜੀ ਰਿਤੇਸ਼ ਜੀ, ਜਿਵੇਂ ਆਮ ਆਦਮੀ ਪਾਰਟੀ ਸਰਕਾਰ ਹੈ ਤੇ ਉਹ ਇਹ ਸਵਾਲ ਚੱਕ ਰਹੇ ਨੇ ਬਲਕੌਰ ਸਿੰਘ ਦੇ ਉੱਤੇ ਵੀ ਉਹ ਪੋਲੀਟੀਕਲ ਕਰ ਰਹੇ ਆ ਸਾਰਾ ਕੁਝ, ਉਹ ਪੋਲੀਟੀਕਲ ਗੇਨਸ ਚਾਹੁੰਦੇ ਨੇ, ਪਰ ਜਿਸ ਤਰ੍ਹਾਂ ਸਰਕਾਰ ਨੇ ਹੀ ਸੰਦੀਪ ਨੰਗਲੰਬੀਆ ਕੇਸ ਦੇ ਅੰਦਰ ਐਕਸ਼ਨ ਲਿਆ ਤਾਂ ਇਸ ਤੋਂ ਇਹ ਉਹ ਆਪਣੇ ਆਪ ਹੀ ਪ੍ਰੂਵ ਨਹੀਂ ਕਰ ਰਹੀ ਕਿ ਜਸਟੀਫਾਈ ਨਹੀਂ ਕਰ ਰਹੇ ਵੀ ਜੇ ਪੋਲੀਟੀਕਲੀ ਹਰਟ ਨਹੀਂ ਕੀਤਾ ਜਾਂਦਾ ਸਰਕਾਰ ਨੂੰ, ਉਦੋਂ ਤੱਕ ਸਰਕਾਰ ਹਿਲਜੁਲ ਹੀ ਨਹੀਂ ਕਰਦੀ, ਕੋਈ ਕੇਸ 'ਚ ਅੱਗੇ ਵੱਧਦਾ ਹੀ ਨਹੀਂ ਜਾਂ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਬਿਲਕੁਲ, ਕਿਉਂਕਿ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਇਹ ਲੱਗ ਰਿਹਾ ਸੀ ਕਿ ਜਲੰਧਰ ਦੇ, ਦੇਖੋ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਮਾਨਸੇ ਤੋਂ ਆ ਕੇ ਚੋਣ ਪ੍ਰਚਾਰ ਕਰਨਾ ਜਲੰਧਰ ਦੇ ਲੋਕਾਂ, ਉੱਥੋਂ ਦੇ ਜਿਹੜੇ ਸਥਾਨਕ ਵੋਟਰਾਂ ਨੂੰ ਕਿੰਨਾ ਪ੍ਰਭਾਵਿਤ ਕਰਦਾ, ਇੱਕ ਵੱਖਰਾ ਵਿਸ਼ਾ ਹੈ। ਭਾਵੇਂ ਸਿੱਧੂ ਮੂਸੇਵਾਲਾ ਕਿੰਨੇ ਵੀ ਪਾਪੂਲਰ ਕਿਉਂ ਨਾ ਹੋਣ, ਲੇਕਿਨ ਇੱਕ ਪੈਨ ਪੰਜਾਬ ਜਿਹੜੀ ਅਪੀਲ ਹੈ ਜਾਂ ਉਹਨਾਂ ਦੇ ਪਿਤਾ ਦੀ ਇਹ ਸਮਰੱਥਾ ਕਿ ਉਹ ਸਿਆਸੀ ਅਖਾੜੇ ਵਿੱਚ ਉਤਰ ਕੇ ਕੋਈ ਅਜਿਹਾ ਨੁਕਸਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਕਰ ਦੇਣ, ਇਸ ਚੀਜ਼ ਉੱਤੇ ਬੜੇ ਵੱਡੇ ਸਵਾਲ ਲੱਗਣਗੇ। ਲੇਕਿਨ ਜੇ ਲੋਕਲ ਲੈਵਲ ਦੇ ਉੱਤੇ, ਜਲੰਧਰ ਦੇ ਪੱਧਰ ਉੱਤੇ ਕੋਈ ਗੱਲਬਾਤ ਉੱਠਦੀ ਹੈ, ਤੁਰਦੀ ਹੈ, ਨੈਰੇਟਿਵ ਬਿਲਡ ਹੁੰਦਾ ਹੈ, ਚੋਣਾਂ ਤੋਂ ਤੁਹਾਨੂੰ ਪਤਾ ਵੀ ਕੁਝ ਦਿਨ ਬਚੇ ਹੈਗੇ ਨੇ ਵੋਟਿੰਗ ਹੋਣ ਦੇ ਵਿੱਚ, ਤੇ ਇਹ ਬੜਾ ਹੀ ਸੈਂਸਿਟਿਵ ਸਮਾਂ ਹੁੰਦਾ ਹੈ। ਸੋ ਹਾਲਾਂਕਿ ਮੁਕਾਬਲਾ ਫਸਵਾਂ ਹੈ, ਪੇਚਾ ਬਹੁਤ ਹੀ ਇਸ ਵਕਤ ਆਪਸ ਦੇ ਵਿੱਚ ਕੁੜੀਕੀ ਫਸੀ ਹੋਈ ਹੈ, ਤੇ ਇੱਕ ਕਾਫੀ ਅਕਸਰ ਬਾਈ ਇਲੈਕਸ਼ਨਸ ਜਿਹੜੇ ਹੋਏ ਨੇ, ਜ਼ਿਮਨੀ ਚੋਣਾਂ ਪੰਜਾਬ ਦੇ ਵਿੱਚ ਜਿੰਨੀਆਂ ਹੁੰਦੀਆਂ ਰਹੀਆਂ ਨੇ ਇਸ ਤੋਂ ਪਹਿਲਾਂ, ਉਹ ਯੂਜੂਅਲੀ ਇੱਕ ਤਰਫਾ ਬਾਈ ਇਲੈਕਸ਼ਨ ਹੁੰਦੇ ਨੇ। ਬਹੁਤ ਘੱਟ ਜਿਹੇ ਬਾਈ ਇਲੈਕਸ਼ਨਸ ਹੈ ਜਿਸ ਵਿੱਚ ਤੁਸੀਂ ਵੇਖੋਗੇ ਕਿ ਸਰਕਾਰ ਨੂੰ ਸਟਰਗਲ ਕਰਨਾ ਪੈ ਰਿਹਾ ਹੋਵੇ, ਲੇਕਿਨ ਇਹ ਦੂਸਰਾ ਅਜਿਹਾ ਲੋਕ ਸਭਾ ਦਾ ਜ਼ਿਮਨੀ ਚੋਣ ਹੈ। ਇਸ ਤੋਂ ਪਹਿਲਾਂ ਸੰਗਰੂਰ ਦੇ ਵਿੱਚ ਆਪਾਂ ਵੇਖਿਆ ਕਿ ਸਿਮਰਨਜੀਤ ਸਿੰਘ ਮਾਨ, ਉੱਥੇ ਦੀਪ ਸਿੱਧੂ ਵਾਲੀ ਗੱਲਬਾਤ ਸੀ, ਜਾਂ ਈਵਨ ਸਿੱਧੂ ਮੂਸੇਵਾਲਾ ਦਾ ਜਿਹੜਾ ਪੂਰਾ ਬ੍ਰਿਤਾਂਤ ਬਣ ਚੁੱਕਾ ਸੀਗਾ, ਉਹ ਦੋਵੇਂ ਵੱਡੇ ਫੈਕਟਰ ਸਾਬਤ ਹੋਏ। ਸੰਗਰੂਰ ਲੋਕ ਸਭਾ ਦੇ ਵਿੱਚ ਹਾਰ ਦਾ ਇੱਕ ਬੜਾ ਵੱਡਾ ਕਾਰਨ ਸੀ ਕਿ ਸਿੱਧੂ ਮੂਸੇਵਾਲਾ ਦਾ ਕਤਲ ਹੋ ਜਾਂਦਾ। ਉਸ ਤੋਂ ਪਹਿਲਾਂ ਦੀਪ ਸਿੱਧੂ ਦੇ ਕੇਸ ਦੇ ਵਿੱਚ ਵੀ ਕੁਝ ਹੱਦ ਤੱਕ ਲੋਕਾਂ ਦਾ ਜਿਹੜਾ ਸੈਂਟੀਮੈਂਟ ਸੀ ਉਹ ਇਸ ਤਰੀਕੇ ਦੇ ਨਾਲ ਖੜਾ ਸੀ। ਲੇਕਿਨ ਹੁਣ ਸਰਕਾਰ ਦੂਸਰੀ ਵਾਰ ਜਲੰਧਰ ਦੇ ਵਿੱਚ ਉਹ ਗਲਤੀ ਸ਼ਾਇਦ ਦੁਹਰਾਉਣਾ ਨਹੀਂ ਚਾਹੁੰਦੀ। ਇਹੀ ਕਾਰਨ ਹੈ ਕਿ ਘੱਟੋ ਘੱਟ ਸੰਦੀਪ ਨੰਗਲੰਬੀਆਂ ਦੇ ਕੇਸ ਦੇ ਵਿੱਚ ਸੁਰਜਨ ਚੱਠਾ ਨੂੰ ਗ੍ਰਿਫਤਾਰ ਕਰਕੇ, ਕਿਉਂਕਿ ਸੁਰਜਨ ਚੱਠਾ ਹੀ ਜਿਹੜੇ ਜਿੰਨੇ ਵੀ ਲੋਕ ਇਸ ਕੇਸ ਦੇ ਵਿੱਚ ਨਾਮਜ਼ਦ ਨੇ, ਜਿਹੜੇ ਹੇਠਲੇ ਪੱਧਰ ਦੇ ਗੈਂਗਸਟਰ ਵਗੈਰਾ ਤਾਂ ਫੜੇ ਜਾ ਚੁੱਕੇ ਨੇ, ਲੇਕਿਨ ਜਿਹੜੇ 3 ਵੱਡੇ ਕਬੱਡੀ ਦੇ ਪ੍ਰਮੋਟਰ ਸੀ, ਜਿਸ ਵਿੱਚ ਕਿ ਸੁੱਖਾ ਮਾਨ, ਸੁਰਜਨ ਚੱਠਾ ਤੇ ਜਿਹੜੇ ਸੱਬਾ ਥੇੜਾ ਦਾ ਨਾਂ ਆਉਂਦਾ ਹੈ, ਸੋ ਇਹ ਜਿਹੜੇ 3 ਲੋਕ ਹੈਗੇ ਨੇ, ਇਹਨਾਂ ਵਿੱਚੋਂ ਸਿਰਫ ਇੱਕ ਹੀ ਪ੍ਰਮੋਟਰ ਸੀ ਜੋ ਭਾਰਤ ਦੇ ਵਿੱਚ ਸੀ, ਪੰਜਾਬ ਦੇ ਵਿੱਚ ਸੀ। ਸੋ ਉਹਨਾਂ ਨੂੰ ਫੜਨਾ, ਹੱਥ ਪਾਉਣਾ, ਹਾਲਾਂਕਿ ਇਹ ਨਹੀਂ ਪਤਾ ਵੀ ਚੋਣਾਂ ਤੋਂ ਬਾਅਦ ਇਹ ਜਿਹੜੀ ਕਾਰਵਾਈ ਹੈ ਕਿੱਡੀ ਕੁ ਹੋਰ ਸਕਰੀਅਤਾ ਦੇ ਨਾਲ ਅੱਗੇ ਤੁਰੇਗੀ, ਕਿਉਂਕਿ ਕੀ ਸਰਕਾਰ ਸੁਹਿਰਦ ਰਹੇਗੀ, ਇਹ ਪੜਤਾਲ ਉਸ ਪਾਸੇ ਤੁਰੇਗੀ ਕਿ ਵਾਕਈ ਇੱਕ ਸਿੱਟਾ ਮੁਖੀ ਪੜਤਾਲ ਬਣ ਸਕੇ। ਇਹ ਜਿਹੇ ਸਵਾਲ ਬੜੇ ਬਾਕੀ ਹੈਗੇ ਨੇ, ਕਿਉਂਕਿ ਚੋਣਾਂ ਤੋਂ ਪਹਿਲਾਂ ਜੋ ਕੁਝ ਕੀਤਾ ਜਾਂਦਾ ਹੈ ਸਾਨੂੰ ਚੰਗੀ ਤਰ੍ਹਾਂ ਪਤਾ ਕਿ ਉਸ ਦੇ ਮਨੋਰਥ ਤੇ ਮਕਸਦ ਜਦੋਂ ਪੂਰੇ ਹੋ ਜਾਂਦੇ ਨੇ, ਉਸ ਤੋਂ ਬਾਅਦ ਕੇਸਾਂ ਦੇ ਉੱਤੇ ਕੋਈ ਜ਼ਿਆਦਾ ਤਰਜੀਹ ਦਿੱਤੀ ਨਹੀਂ ਜਾਂਦੀ। ਸੋ ਇਹ ਕੇਸ ਦੀ ਵੀ ਅਸਲ ਦੇ ਵਿੱਚ ਜੇ ਆਪਾਂ ਸੰਦੀਪ ਨੰਗਲੰਬੀਆਂ ਦੀ ਜਿਹੜੇ ਪਤਨੀ ਹੈਗੇ ਨੇ ਰੁਪਿੰਦਰ ਕੌਰ, ਉਹਨਾਂ ਦਾ ਜਿਹੜਾ ਬਿਆਨ ਜਾਰੀ ਹੋਇਆ ਹੈ, ਉਸਨੇ ਸਰਕਾਰ ਨੂੰ ਰਾਹਤ ਕਾਫੀ ਦਿੱਤੀ ਹੋਏਗੀ, ਕਿਉਂਕਿ ਜੇ ਪਰਿਵਾਰ ਸੈਟਿਸਫਾਈਡ ਹੈ, ਪਰਿਵਾਰ ਦੀ ਤਸੱਲੀ ਹੈ, ਤਾਂ ਫਿਰ ਲੋਕ ਆਪਣੇ ਆਪ ਨੂੰ ਸੰਤੁਸ਼ਟ ਕਰ ਹੀ ਲੈਂਦੇ ਨੇ। ਸੋ ਉਹਨਾਂ ਦੇ ਬਿਆਨ ਤੋਂ ਇੱਕ ਸੰਤੁਸ਼ਟੀ ਮਿਲੀ ਹੈ, ਕਿਉਂਕਿ ਜੇ ਕਿਤੇ ਰੁਪਿੰਦਰ ਕੌਰ ਤੇ ਸਰਦਾਰ ਬਲਕੌਰ ਸਿੰਘ ਇਕੱਠੇ ਹੋ ਜਾਂਦੇ ਇਸ ਚੋਣ ਪ੍ਰਚਾਰ ਦੇ ਵਿੱਚ, ਤਾਂ ਫਿਰ ਨੁਕਸਾਨ ਹੋਣਾ, ਸਿਆਸੀ ਜਿਹੜਾ ਨੁਕਸਾਨ ਹੋਣਾ ਤੈਅ ਸੀ। ਇਸ ਦਾ ਮਤਲਬ ਇਹ ਨਹੀਂ ਕਿ ਅਜੇ ਨੁਕਸਾਨ ਨਹੀਂ ਹੋਏਗਾ, ਲੇਕਿਨ ਇਹ ਜ਼ਰੂਰ ਹੈ ਕਿ ਕਾਫੀ ਹੱਦ ਤੱਕ ਉਹ ਜਿਹੜਾ ਲੋਕਲ ਇੱਕ ਐਂਟੀ ਇਨਕੰਬੈਂਸੀ ਕਹਿ ਲਓ, ਜਾਂ ਲੋਕਲ ਜਿਹੜਾ ਕੁੜੱਤਨ ਸੀ ਪਰਿਵਾਰ ਦੇ ਵਿੱਚ, ਇੱਕ ਨਾਮੋਸ਼ੀ ਸੀ ਸੰਦੀਪ ਨੰਗਲੰਬੀਆਂ ਦੇ ਆਸ-ਪਾਸ ਆਲੇ ਦੁਆਲੇ ਦੇ ਜਿੰਨੇ ਵੀ ਪਿੰਡ ਸੀ, ਜਿੰਨੇ ਵੀ ਲੋਕ ਆਪਣੇ ਆਪ ਨੂੰ ਜੋੜ ਕੇ ਇਸ ਪਰਿਵਾਰ ਦੇ ਨਾਲ ਵੇਖਦੇ ਹੋਣੇ, ਸੰਦੀਪ ਨੰਗਲੰਬੀਆਂ ਦੇ ਨਾਲ ਜੋੜ ਕੇ ਵੇਖਦੇ ਸੀ, ਘੱਟੋ ਘੱਟ ਉਹਨਾਂ ਨੂੰ ਮੋਲੀਫਾਈ ਕਰਨ ਦੇ ਵਿੱਚ ਇੱਕ ਕਾਮਯਾਬੀ ਸਰਕਾਰ ਨੇ ਹਾਸਲ ਕੀਤੀ ਹੈ। ਬਾਕੀ ਚੋਣਾਂ ਦੇ ਨਤੀਜੇ ਦੱਸਣਗੇ ਵੀ ਇਹਦਾ ਅਸਰ ਕਿੰਨਾ ਹੋਇਆ, ਕਿੰਨਾ ਨਹੀਂ ਹੋਇਆ। ਉਸ ਤੋਂ ਵੀ ਵੱਡੀ ਗੱਲ ਹੈ ਕਿ ਇਹ ਕੇਸਾਂ ਦੀ ਜਿਹੜੀ ਤਫਤੀਸ਼ ਹੈ, ਵਾਕਈ ਕੀ ਵੱਡੇ ਜਿਹੜੇ ਅਹੁਦੇਦਾਰਾਂ ਤੇ ਹੱਥ ਪਾਉਣਾ ਇੱਕ ਸਿੱਟਾ ਮੁਖੀ ਕਾਰਵਾਈ ਹੈ। ਇਹ ਤਾਂ 10 ਮਈ ਤੋਂ ਬਾਅਦ ਤੇ ਤਫਤੀਸ਼ ਜਿਵੇਂ ਅੱਗੇ ਤੁਰੇਗੀ ਤਾਂ ਹੀ ਪਤਾ ਲੱਗੇਗਾ। ਜੀ ਰਿਤੇਸ਼ ਜੀ, ਜਿਸ ਤਰ੍ਹਾਂ ਦਾ ਬਿਆਨ ਆਇਆ ਸੀਐਮ ਦਾ, ਉਸ ਦੇ ਉੱਤੇ ਮੈਂ ਤੁਹਾਡੇ ਵਿਚਾਰ ਜਾਣਨੇ ਚਾਹੂੰਗਾ। ਸੀਐਮ ਨੇ ਕਿਹਾ 11 ਮਹੀਨੇ ਦਾ ਸਮਾਂ ਹਜੇ ਹੋਰ ਦਿਓ, ਆਲਰੇਡੀ ਸਰਕਾਰ ਨੂੰ 1 ਸਾਲ ਹੋ ਗਿਆ ਹੈਗਾ। ਉਸ ਤੋਂ ਬਾਅਦ ਕੀ ਇਹ ਇੱਕ ਤਰ੍ਹਾਂ ਦੀ ਐਕਸੈਪਟੈਂਸ ਨਹੀਂ ਹੈ, ਇੰਜ ਨਹੀਂ ਜਾਪ ਰਿਹਾ ਵੀ ਸੀਐਮ ਖੁਦ ਹੀ ਮੰਨ ਰਿਹਾ ਵੀ ਹਜੇ 11 ਮਹੀਨੇ ਜਾਂ 1 ਸਾਲ ਦੇ ਅੰਦਰ ਅਸੀਂ ਸੈਟਿਸਫਾਈ ਨਹੀਂ ਕਰ ਪਾਏ ਲੋਕਾਂ ਨੂੰ?
ਹਲੇ 11 ਨਹੀਂ, ਹਲੇ ਤਾਂ 4 ਸਾਲ ਪਏ ਨੇ ਸਰਕਾਰ ਦੇ। ਮੈਨੂੰ ਸਮਝ ਨਹੀਂ ਆ ਰਿਹਾ ਮੁੱਖ ਮੰਤਰੀ 11 ਮਹੀਨੇ ਕਿਉਂ ਮੰਗਦੇ ਪਏ ਹੈਗੇ ਨੇ, ਕਿਉਂਕਿ 11 ਮਹੀਨਿਆਂ ਦੇ ਵਿੱਚ ਕੁਝ ਨਹੀਂ ਹੋਣਾ। ਜੇ ਮੁੱਖ ਮੰਤਰੀ ਇਹ ਸੋਚ ਰਹੇ ਹੈਗੇ ਨੇ 11 ਮਹੀਨੇ 'ਚ ਕੋਈ ਮੈਂ ਫਿਰ ਉਹੀ ਗੱਲ ਕਹਿ ਰਿਹਾ ਕਿ ਪੰਜਾਬ ਦੇ ਜਿਹੜੇ ਵਿਸ਼ੇ ਹੈਗੇ ਨੇ, ਮਸਲੇ ਹੈਗੇ ਨੇ, ਐਡੇ ਆਊਟਸਟੈਂਡਿੰਗ ਇਸ਼ੂਜ਼ ਹੈਗੇ ਨੇ, ਇਹਨਾਂ ਦੇ ਹੱਥ ਵਾਸ 'ਚ ਹੀ ਕੁਝ ਨਹੀਂ ਹੈ। ਸੋ ਟਰਮ ਲੋਕਾਂ ਨੇ ਤੁਹਾਨੂੰ 5 ਸਾਲ ਦੀ ਦਿੱਤੀ ਹੈ, ਤੁਸੀਂ 5 ਸਾਲ ਦਾ ਸਮਾਂ ਲੋਕਾਂ ਤੋਂ ਮੰਗ ਸਕਦੇ ਹੋ। ਲੇਕਿਨ ਗੱਲ ਤਾਂ ਹੈ ਕਿ ਤੁਹਾਡੀ ਦਿਸ਼ਾ ਤੇ ਦਸ਼ਾ ਕੀ ਹੈ, ਤੁਸੀਂ ਉਸ ਪਾਸੇ ਤੁਰਨਾ ਵੀ ਚਾਹ ਰਹੇ ਹੋ। ਜੇ ਅਖਬਾਰਾਂ ਦਾ ਅਖਬਾਰਾਂ ਨੂੰ ਕਾਲੀਆਂ ਕਰਕੇ ਕਾਲਮ ਭਰ ਕੇ ਖਬਰਾਂ ਦੇ ਸ਼ਕਲ ਦੇ ਵਿੱਚ ਹੀ ਪੇਟ ਪੂਰਾ ਭਰ ਕੇ ਆਪਾਂ ਸਰਕਾਰ ਦੀ ਕਾਰਗੁਜ਼ਾਰੀ ਦਰਸਾਉਣ ਦੀ ਕੋਸ਼ਿਸ਼ ਕਰੀਏ ਤਾਂ ਫਿਰ ਉਹ ਅਪਰੋਚ ਗਲਤ ਹੈ। ਤੁਸੀਂ ਛੋਟੇ ਛੋਟੇ ਸਟੈਪ ਵੀ ਲੈ ਸਕਦੇ ਹੋ, ਕੌਨਸੀਕੁਐਂਸ਼ੀਅਲ ਸਟੈਪ ਵੀ ਤੁਹਾਡੇ ਚੁੱਕੇ ਹੋਏ ਕਦਮਾਂ ਦੇ ਵਿੱਚ ਇਮਾਨਦਾਰੀ ਦਿਸਣੀ ਚਾਹੀਦੀ ਹੈ। ਸੋ ਇਹ ਜਿਹੜੇ ਦੋਵੇਂ ਕੇਸਿਸ ਹੈਗੇ ਨੇ, ਚਾਹੇ ਸਿੱਧੂ ਮੂਸੇਵਾਲਾ ਦਾ ਕੇਸ ਹੈ, ਚਾਹੇ ਸੰਦੀਪ ਨੰਗਲੰਬੀਆਂ ਦਾ ਕੇਸ ਹੈ, ਇਹ ਜੇ ਕਾਰਵਾਈ ਸੁਰਜਨ ਸਿੰਘ ਚੱਠਾ ਜਾਂ ਕਿਸੇ ਹੋਰ ਵੀ ਅਹੁਦੇਦਾਰ ਦੇ ਖਿਲਾਫ, ਦੇਖੋ ਇਹਦੇ 'ਚ ਇੱਕ ਚੀਜ਼ ਜਦੋਂ ਆਪਾਂ ਗੱਲ ਕਰਦੇ ਹਾਂ, ਆਪਾਂ ਨੂੰ ਇੱਕ ਚੀਜ਼ ਬਿਲਕੁਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਪਰਿਵਾਰ ਨੇ ਕਿਹਾ ਕਿ ਸੁਰਜਨ ਚੱਠਾ ਤੇ ਉਸਦੇ ਨਾਲ ਦੇ ਕੁਝ ਹੋਰ ਜਿਹੜੇ ਅਹੁਦੇਦਾਰ ਨੇ ਉਹ ਜ਼ਿੰਮੇਵਾਰ ਹੋ ਸਕਦੇ ਨੇ ਸੰਦੀਪ ਨੰਗਲੰਬੀਆਂ ਦੇ ਕਤਲ ਕੇਸ ਦੇ ਵਿੱਚ। ਲੇਕਿਨ ਇਸ ਦਾ ਮਤਲਬ ਇਹ ਨਹੀਂ ਕਿ ਇਹ ਇੱਕ ਗੌਸਪਲ ਟਰੂਥ ਹੈ। ਇਹ ਮਾਮਲਾ ਪੜਤਾਲ ਮੰਗਦਾ ਹੈ। ਪਰਿਵਾਰ ਕਹਿ ਦੇਣਾ ਤੇ ਪਰਿਵਾਰ ਨੂੰ ਉਸ ਨੂੰ ਸੰਤੁਸ਼ਟ ਕਰ ਦੇਣਾ, ਉਸ ਦੀ ਤਸੱਲੀ ਕਰਾ ਦੇਣਾ ਇੱਕ ਵੱਖਰਾ ਵਿਸ਼ਾ ਹੈ, ਤੇ ਅਸਲ ਦੇ ਵਿੱਚ ਜਾਂਚ ਪੜਤਾਲ ਕਰਨਾ, ਸੱਚਾਈ ਤੱਕ ਪਹੁੰਚਣਾ ਤੇ ਇਨਸਾਫ ਕਰਨਾ, ਦੋਵੇਂ ਚੀਜ਼ਾਂ 'ਚ ਫਰਕ ਹੈ। ਸੋ ਠੀਕ ਹੈ, ਇੱਕ ਪੜਾਅ ਤੁਸੀਂ ਪਾਰ ਕੀਤਾ ਹੈ। ਘਰਦਿਆਂ ਨੇ ਕਿਹਾ, ਤੁਹਾਨੂੰ ਪਤਾ ਨਹੀਂ ਯਾਦ ਹੈ ਜਾਂ ਨਹੀਂ ਹੈ, ਲੇਕਿਨ ਮੈਂ ਤਾਂ ਇਸ ਕੇਸ ਨੂੰ ਬ੍ਰੇਕ ਕੀਤਾ ਸੀ, ਇਸ ਖਬਰ ਨੂੰ, ਜਿਸ ਦੌਰਾਨ ਸੁਰਜਨ ਚੱਠਾ ਤੇ ਇਹਨਾਂ ਦੇ ਹੋਰ ਅਹੁਦੇਦਾਰਾਂ ਦੇ ਨਾਂ ਨਾਮਜ਼ਦ ਕੀਤੇ ਗਏ ਸੀ। ਸਰਕਾਰ ਨੇ ਤਾਂ ਉਸ ਚੀਜ਼ ਦੀ ਵੀ ਜਾਣਕਾਰੀ ਕਿਸੇ ਨੂੰ ਦਿੱਤੀ ਨਹੀਂ ਸੀ ਕਿ ਅਸੀਂ ਇਹ ਲੋਕਾਂ ਨੂੰ ਨਾਮਜ਼ਦ ਕਰ ਲਿਆ। ਚੁੱਪ ਚਪੀਤੇ ਅੰਦਰ ਖਾਤੇ ਪੁਲਿਸ ਨੇ ਇਹਨਾਂ ਦੇ ਕੇਸਾਂ ਦੇ ਵਿੱਚ ਇਹਨਾਂ ਨੂੰ ਨੋਮੀਨੇਟ ਕਰ ਲਿਆ FIR ਦੇ ਵਿੱਚ। ਤੇ ਇੱਕ ਖੁਲਾਸਾ ਜਦੋਂ ਮੈਂ ਕੀਤਾ, ਕੁਝ ਕੋਰਟ ਦੇ ਡਾਕੂਮੈਂਟ ਮੇਰੇ ਹੱਥ ਆਏ ਸੀ, ਜਿਸ ਵਿੱਚ ਲਿਖਿਆ ਗਿਆ ਸੀ ਕਿ ਇਹਨਾਂ ਨੂੰ ਨਾਮਜ਼ਦ ਕਰ ਲਿਆ ਗਿਆ। ਸੋ ਸਰਕਾਰਾਂ ਤਾਂ ਇਹਨਾਂ ਦੇ ਨਾਂ ਤੱਕ ਦੱਸਣ ਦੇ ਵਿੱਚ ਇੰਟਰਸਟਿਡ ਨਹੀਂ ਸੀ। ਸੋ ਹੁਣ ਚਲੋ ਵੀਡੀਓ ਵੀ ਬਣ ਰਹੇ ਹੈਗੇ ਨੇ, ਉਹ ਵੀਡੀਓ ਦੇ ਵਿੱਚ ਖਿੱਚ ਧੂ ਹੋ ਰਹੀ ਹੈ, ਸੁਰਜਨ ਚੱਠਾ ਨੂੰ ਕਿਵੇਂ ਚੱਕ ਕੇ ਲਿਜਾ ਰਹੇ ਨੇ। ਇੰਨੇ ਮਹੀਨਿਆਂ ਤੋਂ ਪੰਜਾਬ ਦੇ ਵਿੱਚ ਬੜੀ ਸ਼ਾਂਤੀ ਦੇ ਨਾਲ ਉਹ ਬੈਠੇ ਸੀ ਤੇ ਅਚਾਨਕ ਇੱਕ ਰਾਤ ਪੁਲਿਸ ਨੂੰ ਐਡੀ ਕਾਹਲੀ ਪੈ ਗਈ ਕਿ ਉਹਨਾਂ ਨੂੰ ਚੱਕਣਾ ਪੈ ਗਿਆ। ਸੋ ਸਰਕਾਰ ਦੀ ਜਿਹੜੀ ਲੋੜਾਂ, ਮਜਬੂਰੀਆਂ ਉਹ ਤਾਂ ਸਾਫ਼ ਜੱਗ ਜ਼ਾਹਰ ਹੋ ਰਹੀਆਂ ਨੇ, ਲੇਕਿਨ ਇਹਨਾਂ ਕੇਸਾਂ ਦੇ ਵਿੱਚ ਇਨਸਾਫ ਹੋਣਾ ਜ਼ਰੂਰੀ ਹੈ। ਤੇ ਉਹ ਇਨਸਾਫ ਇਕੱਲੇ ਸੰਦੀਪ ਨੰਗਲੰਬੀਆਂ ਤੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਨਹੀਂ, ਬਲਕਿ ਜਿਹੜੇ ਲੋਕਾਂ ਦੇ ਉੱਤੇ ਦੂਸ਼ਣ ਲੱਗ ਰਹੇ ਨੇ, ਇਲਜ਼ਾਮ ਲੱਗ ਰਹੇ ਨੇ, ਜੇ ਉਹ ਇਲਜ਼ਾਮ ਸੱਚੇ ਨੇ ਤਾਂ ਗੱਲਬਾਤ ਠੀਕ ਹੈ। ਲੇਕਿਨ ਜੇ ਉਹ ਇਲਜ਼ਾਮ ਪਰਿਵਾਰਾਂ ਦੇ ਵਹਿਮ ਵੀ ਹੋ ਸਕਦੇ ਨੇ, ਪਰਿਵਾਰਾਂ ਦੇ ਖਦਸ਼ੇ ਵੀ ਹੋ ਸਕਦੇ ਨੇ, ਸੋ ਉਹਨਾਂ ਸਥਿਤੀਆਂ ਦੇ ਵਿੱਚ ਵੀ ਸਰਕਾਰ ਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਦੀ ਲੋੜ ਹੈ। ਲੈਟਸ ਹੋਪ ਕਿ ਇਹ ਇੱਕ ਮੀਨਿੰਗਫੁਲ ਇਨਵੈਸਟੀਗੇਸ਼ਨ ਹੋਏਗੀ ਤੇ ਇਹ ਕੇਸਾਂ ਦੇ ਵਿੱਚ ਕਲੀਅਰ ਗੱਲਬਾਤ ਹੋਏਗੀ। ਨਹੀਂ ਤਾਂ ਗੱਲਾਂ ਬਾਤਾਂ ਬਹੁਤ ਹੁੰਦੀਆਂ ਨੇ। ਇਹ ਦੇਖੋ, ਮਸਲਿਆਂ ਨੂੰ ਰੋਕ ਕੇ ਰੱਖਣਾ, ਅਖੀਰੀ ਪੜਾਅ ਤੱਕ ਰੋਕ ਕੇ ਰੱਖਣਾ ਤੇ ਜ਼ਿਮਨੀ ਚੋਣਾਂ ਜਾਂ ਚੋਣਾਂ ਤੋਂ ਪਹਿਲਾਂ ਠੰਡੇ ਬਸਤਿਆਂ 'ਚੋਂ ਕੱਢ ਕੇ ਇਹਨਾਂ ਵਿਸ਼ਿਆਂ ਨੂੰ ਚੱਕ ਲੈਣਾ ਤੇ ਉਸ ਵਕਤ ਇਹ ਸਾਰੀਆਂ ਐਕਟੀਵਿਟੀਜ਼ ਹੋ ਜਾਣਾ, ਇਹ ਬੜੇ ਵੱਡੇ ਸਵਾਲ ਖੜਾ ਕਰਦਾ। ਤੇ ਇੱਕ ਸਹੀ ਸਿਸਟਮ ਨਹੀਂ ਹੈ, ਸਹੀ ਨਿਜ਼ਾਮ ਨਹੀਂ ਹੈ, ਸਹੀ ਸਰਕਾਰ ਦੀ ਕਾਰਗੁਜ਼ਾਰੀ ਮੈਂ ਇਸ ਨੂੰ ਨਹੀਂ ਮੰਨਦਾ। ਚੋਣਾਂ ਤੋਂ ਪਹਿਲਾਂ ਕੀਤੀ ਕੋਈ ਕਾਰਗੁਜ਼ਾਰੀ ਜਾਂ ਕੰਮ ਕੋਈ ਕੰਮ ਨਹੀਂ ਹੈ। ਜੇ ਤੁਸੀਂ ਇਹਨਾਂ ਕਾਰਵਾਈਆਂ ਨੂੰ ਵਾਕਈ ਮੰਨਦੇ ਹੋ ਕਿ ਜੀ ਤੁਸੀਂ ਉਹਦੇ ਪਰਿਵਾਰ ਦੇ ਨਾਲ ਇਨਸਾਫ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਮੈਨੂੰ ਲੱਗਦਾ ਤੁਹਾਨੂੰ ਇਹ ਜਵਾਬ ਦੇਣ ਦੀ ਜ਼ਿਆਦਾ ਲੋੜ ਹੈ ਕਿ ਇੰਨੇ ਮਹੀਨੇ ਤੱਕ ਤੁਸੀਂ ਉਹ ਕਾਰਵਾਈ ਕਿਉਂ ਨਹੀਂ ਕੀਤੀ, ਤੇ ਅੱਜ ਵੀ ਜਿਹੜੀ ਤੁਸੀਂ ਕਾਰਵਾਈ ਕਰ ਰਹੇ ਹੋ, ਕੀ ਚੋਣਾਂ ਤੋਂ ਬਾਅਦ ਤੁਸੀਂ ਉਸ ਉੱਤੇ ਖੜੋਗੇ? ਇਹਨਾਂ ਕੇਸਾਂ 'ਚ ਇਨਕੁਆਇਰੀਆਂ ਲੱਗ ਜਾਣਗੀਆਂ ਤੇ ਉਹਨਾਂ ਇਨਕੁਆਇਰੀਆਂ ਦੇ ਵਿੱਚ ਸੁਰਜਨ ਚੱਠਾ ਜਾਂ ਹੋਰ ਲੋਕਾਂ ਨੂੰ ਕਲੀਨ ਚਿੱਟ ਨਹੀਂ ਦਿੱਤੀ ਜਾਂਦੀ, ਇਸ ਚੀਜ਼ ਦੀ ਕੀ ਗਾਰੰਟੀ ਦਿੱਤੀ ਜਾ ਸਕਦੀ ਹੈ? ਸੋ ਸਿਰਫ ਚੋਣਾਂ ਦਾ ਮਾਹੌਲ ਹੈ, ਇੱਕ ਡੈਲੀਕੇਟ ਬੈਲੈਂਸ ਆਫ ਜਿਹਨੂੰ ਕਹਿੰਦੇ ਆ ਪਰਸੈਪਸ਼ਨ ਹੁੰਦੀ ਹੈ, ਉਸ ਨੂੰ ਇੱਧਰ ਉੱਧਰ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ। ਇਹਨਾਂ ਦਿਨਾਂ ਦੇ ਵਿੱਚ ਜੋ ਕੁਝ ਵੀ ਹੋ ਰਿਹਾ, ਮੈਨੂੰ ਲੱਗਦਾ ਨਹੀਂ ਵੀ ਉਹ ਸਾਰੀ ਚੀਜ਼ਾਂ ਨੂੰ ਆਪਾਂ ਨੂੰ ਸੀਰੀਅਸਲੀ ਲੈਣ ਦੀ ਲੋੜ ਹੈਗੀ ਹੈ। ਹਾਂ, ਵੋਟਰਾਂ ਦੇ ਮਨਾਂ ਦੇ ਉੱਤੇ ਪ੍ਰਭਾਵ ਜ਼ਰੂਰ ਪੈਂਦੇ ਨੇ, ਉਹ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਸਰਕਾਰਾਂ ਵੀ ਕਰ ਰਹੀਆਂ ਨੇ ਤੇ ਦੂਜੀ ਧਿਰਾਂ ਵੀ ਕਰ ਰਹੀਆਂ ਨੇ। ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਰਿਤੇਸ਼ ਜੀ, ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ।